एक समा सी ਜਦੋਂ 에ਅਰਪੋਰਟ ਦੇ ਉੱਤੇ ਟੈਕਸੀ ਚਲਾਉਣਾ ਆਪਣੇ ਆਪ 'ਚ ਇੱਕ ਬੜੇ ਮਾਣ ਵਾਲੀ ਗੱਲ ਹੁੰਦੀ ਸੀ। ਸਾਡੀ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਟੈਕਸੀ ਡਰਾਈਵਰ 에ਅਰਪੋਰਟ ਦੇ ਉੱਤੇ ਕੰਮ ਕਰਦੇ ਆ ਰਹੇ ਹੈ ਕਈ ਦਹਾਕਿਆਂ ਤੋਂ। ਔਰ ਬਹੁਤ ਸਾਰੇ ਐਸੇ ਲੋਕ ਜਿਹੜੇ ਭਾਰਤ ਤੋਂ ਜਦੋਂ ਆਉਂਦੇ ਸੀ, ਬਹੁਤ ਜ਼ਿਆਦਾ ਐਜੂਕੇਟਡ ਲੋਕ, ਪ੍ਰੋਫੈਸ਼ਨਲਸ, ਜਦੋਂ ਇੱਥੇ ਜੌਬ ਨਹੀਂ ਸੀ ਮਿਲਦੀ ਤਾਂ ਉਹ 에ਅਰਪੋਰਟ 'ਤੇ ਟੈਕਸੀ ਚਲਾਉਣ ਵਿੱਚ ਬੜਾ ਮਾਣ ਮਹਿਸੂਸ ਕਰਦੇ ਸੀ। ਦੇਖਦਿਆਂ ਅਸੀਂ ਮਹਿਸੂਸ ਕੀਤਾ ਇਸ ਗੱਲ ਨੂੰ ਕਿ ਊਬਰ ਦੇ ਆਉਣ ਤੋਂ ਬਾਅਦ, ਇਹ ਜਿਹੜੀਆਂ ਰਾਈਡ ਸ਼ੇਅਰਿੰਗ ਕੰਪਨੀਆਂ ਆਉਣ ਤੋਂ ਬਾਅਦ, ਇਹ ਜਿਹੜਾ ਬਿਜ਼ਨਸ ਸੀ ਇਹਨਾਂ ਦਾ ਉਹ ਕਾਫੀ ਹੱਦ ਤੱਕ ਉਹਨੂੰ ਨੁਕਸਾਨ ਹੋਣ ਲੱਗ ਪਿਆ। ਪਰ ਗੱਲ ਇੱਥੇ ਨਹੀਂ ਰੁਕੀ। ਹੁਣ ਜਦੋਂ ਕੋਵਿਡ-19 ਤੋਂ ਬਾਅਦ, ਕਰੋਨਾ ਵਾਇਰਸ ਤੋਂ ਬਾਅਦ ਇੱਕਦਮ ਫਲਾਈਟਾਂ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ, 에ਅਰਪੋਰਟ ਦਾ ਜਿਹੜਾ ਟੈਕਸੀ ਬਿਜ਼ਨਸ ਹੈ ਉਹ ਆਲਮੋਸਟ ਠੱਪ ਹੋ ਕੇ ਰਹਿ ਗਿਆ। ਪਰ ਇਸ ਦੇ ਬਾਵਜੂਦ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਬਹੁਤ ਸਾਰੇ ਟੈਕਸੀ ਡਰਾਈਵਰ ਕੰਮ ਤੇ ਜਾਂਦੇ ਰਹੇ। ਉਹਨਾਂ ਵਿੱਚੋਂ ਕਈਆਂ ਨੂੰ ਕੋਵਿਡ-19 ਹੋਇਆ ਔਰ ਉਹਨਾਂ ਦੀਆਂ ਮੌਤਾਂ ਹੋਣ ਲੱਗ ਪਈਆਂ। ਕਈਆਂ ਦੇ ਇਨਫੈਕਟਡ ਹੋਣ ਕਾਰਨ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਇਹ ਕਰੋਨਾ ਵਾਇਰਸ ਆ ਵੜਿਆ ਅਤੇ ਪਰਿਵਾਰਾਂ ਦਾ ਵੀ ਬੜਾ ਵੱਡਾ ਨੁਕਸਾਨ ਹੋਇਆ। ਪਰ ਗੱਲ ਇੱਥੇ ਬਸ ਨਹੀਂ ਹੋਈ। ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਇਹਨਾਂ ਨੂੰ ਫੀਸਾਂ ਭਰਨੀਆਂ ਪੈ ਰਹੀਆਂ, ਇੰਸ਼ੋਰੈਂਸਿਸ ਪੇ ਕਰਨੀਆਂ ਪੈ ਰਹੀਆਂ, ਖੜੀ ਗੱਡੀ ਦਾ ਵੀ ਇੰਨਾ ਖਰਚਾ ਹੈ ਕਿ ਅੱਜ ਉਹ ਅਫੋਰਡ ਹੀ ਨਹੀਂ ਕਰ ਪਾ ਰਹੇ। ਇਸ ਦੀ ਆਵਾਜ਼ ਜਿਹੜੀ ਹੈ ਉਹ ਪ੍ਰੋਵਿੰਸ਼ੀਅਲ ਸਰਕਾਰ ਤੱਕ ਵੀ ਪਹੁੰਚਾਈ ਗਈ ਹੈ, ਫੈਡਰਲ ਸਰਕਾਰ ਤੱਕ ਵੀ ਪਹੁੰਚਾਈ ਗਈ ਹੈ ਔਰ ਮਿਊਨਿਸਪਲ ਸਰਕਾਰਾਂ ਦੇ ਪੱਧਰ ਦੇ ਉੱਤੇ ਵੀ ਇਹ ਸਵਾਲ ਤੇ ਉੱਠ ਰਿਹਾ। ਪਰ ਅਜੇ ਤੱਕ ਵੀ ਇਹਨਾਂ ਨੂੰ ਕੋਈ ਰਿਲੀਫ ਨਹੀਂ ਮਿਲਿਆ ਹੈ। ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਰਜਿੰਦਰ ਸਿੰਘ ਔਜਲਾ ਸਾਹਿਬ, ਜਿਹੜੇ ਕਿ 에ਅਰਪੋਰਟ ਟੈਕਸੀ ਕੈਬ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ, ਅਤੇ ਜਗਵਿੰਦਰ ਸਿੰਘ ਹੋਰੀ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ, ਉਹ ਇੱਥੇ ਸਟੂਡੀਓ ਵਿੱਚ ਪਹੁੰਚੇ ਹੋਏ ਆ। ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਇਸ ਵਿਸ਼ੇ 'ਤੇ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ। ਔਜਲਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਸਣੀ ਸਾਹਿਬ, ਤੁਹਾਡਾ ਅਤੇ ਪ੍ਰਵਾਸੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਤੁਹਾਨੂੰ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਇਸ ਨਵੇਂ ਆਫਿਸ ਦੇ ਵਿੱਚ ਪ੍ਰਵੇਸ਼ ਕਰਨ ਦੇ ਉੱਤੇ ਤੇ ਬਹੁਤ ਬਹੁਤ ਵਧਾਈ ਦਿੰਦੇ ਹਾਂ। ਤਾਂ ਅੱਜ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਕਿ ਕਦੀ ਸਾਡੀ ਇੰਡਸਟਰੀ ਦਾ ਇਹ ਸਾਰੇ ਸਾਡੇ ਵੀਰ ਅੱਜ ਇਹਨਾਂ ਬੁਲੰਦੀਆਂ ਨੂੰ ਛੂਹ ਰਹੇ ਨੇ ਅਤੇ ਇਸ ਦੇ ਨਾਲ ਹੀ ਆਪਣੇ ਉਸ ਜਿਹੜਾ ਹੈਗਾ ਮੁੱਢ ਦੇ ਨਾਲ ਜੁੜੇ ਹੋਏ ਨੇ ਅਤੇ ਉਹ ਸਾਡੀ ਇੰਡਸਟਰੀ ਦਾ ਖਿਆਲ ਰੱਖ ਰਹੇ ਨੇ। ਗਾਏ ਬਗਾਏ ਜਦੋਂ ਤੋਂ ਕੋਵਿਡ-19 ਆਇਆ ਉਸ ਤੋਂ ਪਹਿਲਾਂ ਵੀ ਜਦ ਵੀ ਸਾਨੂੰ ਲੋੜ ਪਈ ਆ ਤੁਸੀਂ ਸਾਡੀ ਮਦਦ ਕੀਤੀ ਆ। ਅਸੀਂ ਸਮੁੱਚੀ 에ਅਰਪੋਰਟ ਟੈਕਸੀ ਐਸੋਸੀਏਸ਼ਨ ਵੱਲੋਂ, 에ਅਰਪੋਰਟ ਟੈਕਸੀ 'ਤੇ ਜਿੰਨੇ ਕੰਮ ਕਰਨ ਵਾਲੇ ਓਪਰੇਟਰ ਨੇ ਉਹਨਾਂ ਵੱਲੋਂ ਅਤੇ ਸਮੁੱਚੀ ਟੈਕਸੀ ਇੰਡਸਟਰੀ ਵੱਲੋਂ, ਜਿਸ ਦੀ ਅੱਜ ਆਵਾਜ਼ ਬਣ ਕੇ ਤੁਸੀਂ ਸਾਡਾ ਸੁਨੇਹਾ ਸਾਰੀਆਂ ਤਿੰਨਾਂ ਲੈਵਲ ਗੌਰਮੈਂਟ ਨੂੰ ਪਹੁੰਚਾ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ। ਔਰ ਸਵਾਗਤ ਕਰਦੇ ਹਾਂ ਜਗਵਿੰਦਰ ਸਿੰਘ ਹੋਰਾਂ ਦਾ ਵੀ, ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਇਸ ਟੈਕਸੀ ਐਸੋਸੀਏਸ਼ਨ ਦੇ। ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸੈਨ ਸਾਹਿਬ, ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਮੌਕਾ ਦਿੱਤਾ ਵੀ ਅਸੀਂ ਆਪਣੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਕੇ ਗਵਰਨਮੈਂਟ ਲੈਵਲ ਤੱਕ ਪਹੁੰਚਾ ਸਕੀਏ। ਠੀਕ ਹੈ, ਧੰਨਵਾਦ। ਔਰ ਮੈਨੂੰ ਇਹ ਗੱਲ ਕਹਿਣ 'ਚ ਕਦੀ ਝਿਜਕ ਨਹੀਂ ਹੁੰਦੀ, ਬਲਕਿ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਮੈਂ ਸ਼ੁਰੂਆਤ ਦੇ ਵਿੱਚ ਕੈਨੇਡਾ ਵਿੱਚ ਆਇਆ ਸੀ, ਕੁਝ 6 ਮਹੀਨੇ ਮੈਂ ਬਰੈਂਪਟਨ ਦੇ ਵਿੱਚ ਟੈਕਸੀ ਚਲਾਈ, ਫਿਰ ਉਸ ਤੋਂ ਬਾਅਦ 에ਅਰਪੋਰਟ ਦੇ ਉੱਤੇ ਕੁਝ 6 ਮਹੀਨਾ ਟੈਕਸੀ ਚਲਾਈ। ਮੇਰਾ ਮੰਨਣਾ ਹੈ ਕਿ ਜਿਹੜੇ ਲੋਕ ਨਵੇਂ ਇੱਥੇ ਆਉਂਦੇ ਆ ਉਹਨਾਂ ਨੂੰ ਕਮ ਸੇ ਕਮ ਕੁਝ ਸਮਾਂ ਟੈਕਸੀ ਜ਼ਰੂਰ ਚਲਾਉਣੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਤੁਹਾਨੂੰ ਇਸ ਸਾਰੇ ਜਿਹੜਾ ਖਿੱਤਾ ਹੈ, ਜਿਹੜਾ ਸਾਰਾ ਏਰੀਆ ਹੈ GTA ਦਾ, ਲਾਗਲੇ ਸ਼ਹਿਰ ਦੂਰ ਦੂਰ ਤੱਕ ਸਾਰਨੀਆਂ ਹੋਇਆ, ਗਲਫ ਦਾ ਏਰੀਆ ਹੋਇਆ, ਇੱਧਰ ਵਿਟਬੀ ਤੋਂ ਲੈ ਕੇ ਕਿੰਗਸਟਨ ਤੋਂ ਲੈ ਕੇ, ਔਰ ਮੈਂ ਤਾਂ ਬਹੁਤ ਸਾਰੇ ਏਰੀਏ 'ਚ ਗਿਆ ਜਦੋਂ, ਅਤੇ ਬੜਾ ਕੁਝ ਦੇਖਣ ਨੂੰ ਮਿਲਿਆ, ਬੜਾ ਕੁਝ ਸਿੱਖਣ ਨੂੰ ਮਿਲਿਆ। ਜਿਹੜਾ ਮੈਨੂੰ 10-15 ਸਾਲ ਦੇ ਵਿੱਚ ਜਾ ਕੇ ਐਕਸਪੋਜ਼ਰ ਮਿਲਣਾ ਸੀ, ਉਹਨਾਂ 6 ਮਹੀਨਿਆਂ 'ਚ ਮਿਲਿਆ ਜਦੋਂ ਮੈਂ 에ਅਰਪੋਰਟ 'ਤੇ ਟੈਕਸੀ ਚਲਾਈ। ਔਰ 에ਅਰਪੋਰਟ 'ਤੇ ਟੈਕਸੀ ਜਦੋਂ ਤੁਸੀਂ ਚਲਾਉਂਦੇ ਹੋ, ਉੱਥੇ ਬੜੇ ਹੀ ਸਿਆਣੇ ਤੋਂ ਸਿਆਣੇ ਲੋਕ, ਬੜੇ ਹੀ ਪ੍ਰੋਫੈਸ਼ਨਲ ਤੋਂ ਪ੍ਰੋਫੈਸ਼ਨਲ ਲੋਕ, ਇੱਕ ਅਜੀਬ ਜਿਹਾ ਉੱਥੇ ਬੜਾ ਹੀ ਵਧੀਆ ਐਨਵਾਇਰਨਮੈਂਟ ਹੈ ਜਿਸ ਨੂੰ ਤੁਸੀਂ ਇੰਜੋਏ ਵੀ ਕਰਦੇ ਹੋ। 20-20, 25-25, 30-30 ਸਾਲ ਤੋਂ ਟੈਕਸੀ ਚਲਾਉਣ ਵਾਲੇ ਲੋਕ, ਦੋਸਤੀਆਂ, ਪਰਿਵਾਰਾਂ ਦੇ ਰਿਸ਼ਤੇ, ਕਿੰਨਾ ਕੁਝ ਡਿਵੈਲਪ ਹੋ ਜਾਂਦਾ ਹੈ ਉੱਥੇ ਜਦੋਂ ਕੰਮ ਕਰਦੇ ਆ। ਔਰ ਕਈ ਤਾਂ ਇਹ ਵੀ ਕਹਿੰਦੇ ਆ ਕਿ ਬਹੁਤ ਸਾਰੇ ਸਾਡੇ ਪੋਲੀਟੀਸ਼ੀਅਨ ਜਿਹੜੇ ਆ ਉਹ ਇਸੇ 에ਅਰਪੋਰਟ ਦੇ ਉੱਤੇ ਪਹਿਲਾਂ ਟੈਕਸੀ ਚਲਾਉਂਦੇ ਰਹੇ ਆ, ਇੱਥੋਂ ਹੀ ਗਏ ਆ, ਫਿਰ ਪੋਲੀਟਿਕਸ 'ਚ ਕਾਮਯਾਬ ਹੋਏ, ਕਈ ਲੋਕ ਬਿਜ਼ਨਸ 'ਚ ਕਾਮਯਾਬ ਹੋਏ। ਪਰ ਅਫਸੋਸ ਕਿ ਇਹ ਜਿਹੜਾ ਇੰਨਾ ਮਾਨਮੱਤਾ ਇਤਿਹਾਸ ਹੈ 에ਅਰਪੋਰਟ ਟੈਕਸੀ ਦਾ, ਇਸ ਵੇਲੇ ਖਤਰੇ ਦੇ ਵਿੱਚ ਹੈ। ਤੁਸੀਂ ਪਿਛਲੀ ਵਾਰ ਵੀ ਸਾਨੂੰ ਦੱਸਿਆ ਕਿ ਇਸ ਵੇਲੇ ਕਾਫੀ ਐਸੇ ਲੋਕ ਹੈ ਜਿਹੜੇ 에ਅਰਪੋਰਟ ਦੇ ਉੱਤੇ ਟੈਕਸੀ ਚਲਾ ਰਹੇ ਸੀ, ਜਿਨ੍ਹਾਂ ਦੀ ਰੋਜੀ ਰੋਟੀ ਸਾਰੀ 에ਅਰਪੋਰਟ ਟੈਕਸੀ ਤੋਂ ਹੀ ਸੀ। ਬੱਚੇ ਪੜ੍ਹ ਰਹੇ ਆ, ਪਰਿਵਾਰਕ ਜ਼ਿੰਮੇਵਾਰੀਆਂ ਹੈ, ਪਰ ਜਿਸ ਤਰੀਕੇ ਨਾਲ ਇੱਕਦਮ ਇਹ ਸਾਰਾ ਕੁਝ ਸ਼ਟ ਡਾਊਨ ਹੋ ਗਿਆ, ਇਹ ਬੜਾ ਵੱਡਾ ਇੱਕ ਚੈਲੰਜ ਹੈ ਇਸ ਇੰਡਸਟਰੀ ਵਾਸਤੇ। ਬਿਲਕੁਲ ਸਣੀ ਸਾਹਿਬ, ਇਸ ਦੇ ਵਿੱਚ ਜਿਹੜੀ ਹੈਗੀ ਆ ਕੋਈ ਦੋ ਰਾਵਾਂ ਨਹੀਂ ਗਈਆਂ ਵੀ
ਇਹ ਬਹੁਤ ਸੋਹਣੀ ਇੱਥੇ ਲਿਵਿੰਗ ਸੀਗੀ, ਬਹੁਤ ਸੋਹਣਾ ਗੁਜ਼ਾਰਾ ਚੱਲਦਾ ਸੀ। ਲਗਭਗ ਜਿੰਨੇ ਵੀ ਅਸੀਂ ਉੱਥੇ ਕੰਮ ਕਰਨ ਵਾਲੇ ਸਾਡੇ ਮਿੱਤਰ ਨੇ, ਸਾਡੇ ਸਾਰਿਆਂ ਦੀ ਇਹ ਕੋਸ਼ਿਸ਼ ਸੀਗੀ ਵੀ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਐਜੂਕੇਸ਼ਨ ਦਿੱਤੀ ਜਾਵੇ, ਤੇ ਉਹਦੇ ਵਿੱਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਹਾਂ ਜੀ। ਤੇ ਸਭ ਦੀ ਇਹੀ ਕੋਸ਼ਿਸ਼ ਸੀਗੀ ਵੀ ਸਾਡਾ ਬੱਚੇ ਜਿਹੜੇ ਹੈਗੇ ਆ ਘੱਟੋ ਘੱਟ ਇਸ ਕੰਮ ਦੇ ਵਿੱਚ ਨਾ ਆਉਣ। ਤੇ ਹੁਣ ਵੀ ਜਿਹੜੇ ਹੈਗੇ ਆ ਅਸੀਂ ਉਹਦੇ ਉੱਤੇ ਬਹੁਤੇ ਨਹੀਂ ਤਾਂ 80% ਤੋਂ ਜ਼ਿਆਦਾ ਅਸੀਂ ਉਸ ਕੰਮ ਦੇ ਵਿੱਚ ਕਾਮਯਾਬ ਵੀ ਹੋਏ ਹਾਂ। ਬਿਲਕੁਲ ਠੀਕ ਹੈ। ਪਰ ਹਾਲਾਤ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਹੜੀਆਂ ਹੈਗੀਆਂ ਨੇ ਊਬਰ ਲਿਫਟ TNC ਕੰਪਨੀ ਆਉਣ ਦੇ ਨਾਲ ਜਿਹੜਾ ਸਾਡਾ ਇਹ ਬਿਜ਼ਨਸ ਆ ਡਾਊਨਫਾਲ ਇਹਦਾ ਸ਼ੁਰੂ ਹੋਇਆ, ਤੇ ਉਸ ਦੇ ਨਾਲ ਜਦੋਂ COVID-19 ਆਇਆ ਉਸ ਦੇ ਨਾਲ ਸਭ ਤੋਂ ਬਹੁਤ ਜ਼ਿਆਦਾ ਧੱਕਾ ਲੱਗਾ। ਇਹਨਾਂ ਹੋਣ ਦੇ ਬਾਵਜੂਦ ਵੀ ਅਸੀਂ ਮਾੜਾ ਮੋਟਾ ਜਿਹੜਾ ਸਰਵਾਈਵ ਕਰ ਰਹੇ ਸਾਂ, ਤੇ ਅੱਜ ਜਿਹੜੀ ਇੰਸ਼ੋਰੈਂਸ ਨੇ ਟੈਕਸੀ ਇੰਡਸਟਰੀ ਨੂੰ ਆਲ ਓਵਰ ਕੈਨੇਡਾ ਤੇ ਹੈ ਹੀ ਹੈ, ਪਰ ਸਾਡੇ 에ਅਰਪੋਰਟ ਦੇ ਉੱਤੇ ਜਿੰਨਾ ਨੁਕਸਾਨ ਜਿਹੜਾ ਪਹੁੰਚਾਇਆ, ਹੁਣ ਰੀਸੈਂਟਲੀ ਸਾਡੀ ਜਿਹੜੀ ਨਵੀਂ ਰਿਨਿਊਅਲ ਹੋਣੀ ਆ 1 ਨਵੰਬਰ ਦੇ ਉੱਤੋਂ, ਉਹ 21,000 ਪਲੱਸ ਜਿਹੜੀ ਆ ਮੰਥਲੀ ਇੰਸ਼ੋਰੈਂਸ ਹੋਏਗੀ, ਜਿਹੜੀ ਲਗਭਗ $60 ਜਿਹੜੀ ਆ ਡੇਲੀ ਪਏਗੀ। ਤੇ ਇਸ ਵੇਲੇ ਜਿਹੜਾ ਟੈਕਸੀ ਚੱਲਦੀ ਹੈ ਜਾਂ ਨਹੀਂ ਚੱਲਦੀ, ਇੱਕ ਪੱਕਾ ਖਰਚਾ ਤੁਹਾਡੇ ਸਿਰ ਤੇ ਖੜਾ ਹੀ ਹੈ। ਜੇ ਅਸੀਂ ਕਾਰ ਔਨ ਰੱਖਣੀ ਆ, ਜੇ ਅਸੀਂ ਕੰਮ ਦੇ ਉੱਤੇ ਆਉਣਾ, ਤੇ ਫਿਰ ਸਾਨੂੰ ਜੇ ਉਹ ਜਿਹੜੀ ਇੰਸ਼ੋਰੈਂਸ ਆ ਉਹ ਕਰਾਉਣੀ ਪਏਗੀ। ਪਰ ਹੁਣ ਇਸ ਵੇਲੇ 에ਅਰਪੋਰਟ ਦਾ ਇਹ ਆ ਵੀ ਮੈਕਸੀਮਮ ਜਿਹੜੇ ਆ 2 ਰਨ ਜਿਹੜੇ ਆ ਲੱਗ ਰਹੇ ਨੇ, ਤੇ ਐਵਰੇਜ ਜਿਹੜੀ ਹੈਗੀ ਆ ਸਾਡੇ $50-55 ਦੀ ਜਿਹੜੀ ਹੈਗਾ ਰਨ ਆ। ਉਹਦੇ 'ਚ ਤੁਹਾਡਾ ਖਰਚਾ ਵੀ ਪੂਰਾ ਨਹੀਂ ਹੁੰਦਾ। ਇਸ ਵੇਲੇ ਸਾਨੂੰ ਜਿਹੜਾ ਹੈਗਾ 100 ਤੇ ਕੋਈ $35 $135 ਸੈਣੀ ਸਾਹਿਬ ਤਕਰੀਬਨ ਸਾਡਾ ਖਰਚਾ। ਤੇ ਜੇ ਤੁਸੀਂ ਐਸਟੀਮੇਟ ਲਾਉਣਾ ਹੋਵੇ ਤਾਂ $50-55 ਤੁਹਾਨੂੰ ਜੇਬ ਚੋਂ ਪਾਉਣੇ ਪੈਂਦੇ ਨੇ ਉਹ ਖਰਚੇ ਨੂੰ ਕਵਰ ਕਰਨ ਵਾਸਤੇ। ਅੱਛਾ, ਹੁਣ ਕੱਲ ਅਸੀਂ ਸੁਣ ਰਹੇ ਸੀ ਪ੍ਰਾਈਮ ਮਿਨਿਸਟਰ ਨੇ ਕਿਹਾ ਹੈ, ਉਹਨਾਂ ਨੇ ਐਲਾਨ ਤੇ ਨਹੀਂ ਕੀਤਾ ਪਰ ਇਸ਼ਾਰਾ ਕਰ ਦਿੱਤਾ ਹੈ ਕਿ ਜਿੰਨੀਆਂ ਵੀ ਵੱਡੀਆਂ 에ਅਰਲਾਈਨਸ ਉਹਨਾਂ ਨੂੰ ਬਹੁਤ ਵੱਡਾ ਕੋਈ ਉਹ ਇਨਸੈਂਟਿਵ ਦੇਣ ਜਾ ਰਹੇ ਆ, ਫਾਈਨੈਂਸ਼ੀਅਲ ਉਹਨਾਂ ਦੀ ਸਪੋਰਟ ਕਰਨ ਜਾ ਰਹੇ ਆ ਤਾਂ ਕਿ ਉਹ ਸਰਵਾਈਵ ਕਰ ਸਕਣ। ਤੁਸੀਂ ਵੀ ਇਨਡਾਇਰੈਕਟਲੀ ਇਸੇ ਹੀ ਫੀਲਡ ਦੇ ਨਾਲ ਜੁੜੇ ਹੋਏ ਹੋ, ਚਾਹੇ ਫੈਡਰਲ ਸਰਕਾਰ ਹੋਵੇ ਚਾਹੇ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਹੋਵੇ। ਮੈਨੂੰ ਨਹੀਂ ਲੱਗਦਾ ਕਿ ਕੋਈ ਹਜ਼ਾਰਾਂ ਦੀ ਗਿਣਤੀ ਵਿੱਚ ਟੈਕਸੀ ਡਰਾਈਵਰ ਹੈ, ਜੇ ਸਰਕਾਰਾਂ ਚਾਹਣ ਤਾਂ ਤੁਹਾਨੂੰ ਕੋਈ ਨਾ ਕੋਈ ਤਾਂ ਰਿਲੀਫ ਦੇ ਸਕਦੀਆਂ। ਬਿਲਕੁਲ ਜੀ, ਜਿਹੜਾ ਟੋਰਾਂਟੋ ਦਾ 에ਅਰਪੋਰਟ ਹੈ, ਇਹ ਇੱਕ ਇਹੋ ਜਿਹਾ 에ਅਰਪੋਰਟ ਆ ਜਿੱਥੇ 600 ਪਲੱਸ ਜਿਹੜੀਆਂ ਨੇ ਕਾਰਾਂ ਜਿਹੜੀਆਂ ਇਹ ਫੈਡਰਲ ਗੌਰਨਮੈਂਟ ਦੇ ਪਰਮਿਟ ਨੇ ਜੀ। ਕੈਨੇਡਾ ਦੇ ਵਿੱਚ ਹੋਰ ਕਿਸੇ ਵੀ ਥਾਂ ਦੇ ਉੱਤੇ ਜਿਹੜੇ ਹੈਗੇ ਆ ਫੈਡਰਲ ਗੌਰਨਮੈਂਟ ਦੇ ਪਰਮਿਟ ਨਹੀਂ ਆ। ਇਹ ਜਿਹੜੇ ਪਰਮਿਟ ਨੇ ਸਾਡੇ ਫੈਡਰਲ ਗੌਰਨਮੈਂਟ ਤੋਂ ਆ, ਜਿਹੜੇ ਹੈਗੇ ਆ ਟਾਈਮ ਟੂ ਟਾਈਮ ਜਿਹੜੇ ਹੈਗੇ ਆ ਹੈਂਡ ਚੇਂਜ ਹੁੰਦੇ ਰਹੇ ਨੇ। ਜੇ ਅੱਜ ਤੁਹਾਡੇ ਕੋਲ ਪਰਮਿਟ ਆ, ਤੁਸੀਂ ਵੇਚ ਕੇ ਕੋਈ ਹੋਰ ਕੰਮ ਬੰਨੇ ਚੱਲ ਗਏ, ਮੈਂ ਖਰੀਦ ਲਿਆ, ਮੈਂ ਕੰਮ ਕਰ ਰਿਹਾ, ਤੇ ਇਹ ਪਰਮਿਟ ਜਿਹੜੇ ਆ ਇਹ ਫੈਡਰਲ ਦੇ ਹੀ ਰਹਿਣੇ ਨੇ, ਤੇ ਇਹਦੇ ਵਿੱਚ ਕਈ ਓਨਰਸ਼ਿਪ ਜਿਹੜੀ ਆ ਉਹ ਚੇਂਜ ਹੋ ਜਾਂਦੀ ਆ, ਤੇ ਅਸੀਂ ਇਹਦਾ ਪਾਰਟ ਐਂਡ ਪਾਰਸਲ ਆ। ਈਵਨ ਜਿਹੜੀ ਹੈਗੀ ਗ੍ਰੇਟਰ ਟੋਰਾਂਟੋ 에ਅਰਪੋਰਟ ਅਥਾਰਟੀ ਆ, ਉਹ ਵੀ ਸਾਨੂੰ ਸਟੇਕ ਹੋਲਡਰ ਸਮਝਦੀ ਆ ਭਈ ਅਸੀਂ ਸਟੇਕ ਹੋਲਡਰ ਆ, ਪਰ ਐਟ ਦਾ ਐਂਡ ਜਿਹੜਾ ਹੈਗਾ ਸਾਡੇ ਨਾਲ ਜਿਹੜਾ ਵਰਤਾਰਾ ਹੋ ਰਿਹਾ ਨਾ ਉਹ ਸਟੇਕ ਹੋਲਡਰ ਵਾਲਾ ਨਹੀਂ ਹੋ ਰਿਹਾ। ਜੀ ਜੋਗਿੰਦਰ ਸਿੰਘ ਜੀ, ਪਿਛਲੇ ਦਿਨਾਂ ਵਿੱਚ ਪ੍ਰਾਈਮ ਮਿਨਿਸਟਰ ਨੇ ਵੀ ਇਹ ਗੱਲ ਕਹੀ ਸੀ ਕਿ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਨੇ, ਅਸੀਂ ਉਹਨਾਂ ਸਾਰੇ ਹੀ ਫਰੰਟ ਲਾਈਨ ਵਰਕਰਾਂ ਨੂੰ ਹੈਲਪ ਕਰਨਾ ਚਾਹੁੰਦੇ ਹਾਂ। ਜਿਹੜੇ ਕੁਛ ਹੈਲਪ ਕੀਤੀ ਵੀ ਗਈ, ਪਰ ਬੜੇ ਸਾਰੇ ਐਸੇ ਲੋਕ ਜਿਹੜੇ ਦਾ ਟਰੱਕ ਡਰਾਈਵਰ ਗੱਲ ਕਰੀਏ, ਜਿਨ੍ਹਾਂ ਨੇ ਉਸ ਔਖੇ ਸਮਿਆਂ ਦੇ ਵਿੱਚ ਜਦੋਂ ਲੋਕ ਡਰ ਕੇ ਘਰਾਂ 'ਚ ਬਹਿ ਗਏ ਸੀ, ਉਹ ਕੰਮਾਂ 'ਤੇ ਆਉਂਦੇ ਰਹੇ, ਉਹਨਾਂ ਨੇ ਐਸੈਂਸ਼ੀਅਲ ਜੋ ਵੀ ਸਰਵਿਸਿਜ਼ ਸਪਲਾਈ ਨੂੰ ਜਾਰੀ ਰੱਖਿਆ। ਤੁਸੀਂ ਵੀ ਉਸੇ ਕੈਟਾਗਰੀ 'ਚ ਆਉਂਦੇ ਹੋ, ਤੁਹਾਨੂੰ ਕਿਉਂ ਕਵਰ ਨਹੀਂ ਕੀਤਾ ਜਾ ਰਿਹਾ? ਬਿਲਕੁਲ ਸੈਣੀ ਸਾਹਿਬ, ਅਸੀਂ ਫਰੰਟ ਲਾਈਨ ਵਰਕਰ ਹਾਂ। ਸਭ ਤੋਂ ਪਹਿਲਾਂ ਅਫੈਕਟਡ ਬੰਦਾ ਜਿਹੜਾ ਨਾ ਜੋ ਟਰੈਵਲ ਕਰਕੇ ਇਹ ਬਾਹਰ ਨਿਕਲਦਾ ਤੇ ਉਹਨੂੰ ਫੇਸ ਅਸੀਂ ਕਰਦੇ ਹਾਂ ਜੀ। ਉਹਦੇ ਬਾਵਜੂਦ ਵੀ ਸਾਡੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਈ, ਕਿਸੇ ਨੇ ਸਾਨੂੰ ਕੋਈ ਪੈਕੇਜ ਨਹੀਂ ਲਿਆ ਕੇ ਦਿੱਤਾ, ਕਿਸੇ ਗਵਰਨਮੈਂਟ ਨੇ ਦਾ ਅਦਾਰਾ ਕੋਈ ਐਸਾ ਨਹੀਂ ਨਾਲ ਸਾਡੇ ਨਾਲ ਜੁੜਿਆ ਜਿਹੜਾ ਸਾਡੀ ਹੈਲਪ ਕਰ ਸਕਦਾ। ਹਾਂ, ਇਸ ਵੇਲੇ ਜ਼ਰੂਰ ਅਸੀਂ ਕਹਿ ਸਕਦੇ ਹਾਂ ਸਰਕਾਰੀਆ ਸਾਹਿਬ ਸਾਡੀ ਗੱਲਬਾਤ ਸੁਣ ਲੈ ਗਾਂ ਪਹੁੰਚਾ ਰਹੇ ਨੇ, ਫੋਰਸ ਸਾਡੇ ਨਾਲ ਸੁਣ ਰਹੇ ਨੇ, ਪਰ ਉਹਨਾਂ ਨੇ ਹਾਲੇ ਤੱਕ ਕਿਸੇ ਦਾ ਕੋਈ ਡਿਸੀਜਨ ਕੀਤਾ ਜਾਂ ਕੋਈ ਬੈਨੀਫਿਟ ਦਾ ਐਲਾਨ ਨਹੀਂ ਕੀਤਾ ਜੀ। ਲਓ ਜੀ, ਇਹਨਾਂ ਦੀ ਇਹ ਸ਼ਿਕਾਇਤ ਹੈ ਕਿ ਸਾਰੇ ਲੋਕ ਉੱਥੇ ਜਾਂਦੇ ਆ, ਸਾਰੇ ਪੋਲੀਟੀਸ਼ੀਅਨ ਜਾਂਦੇ ਆ, ਔਰ ਆਪਣੀ ਕਮਿਊਨਿਟੀ ਦੇ ਵੀ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਹੈ ਉਹ ਇਹਨਾਂ ਤੱਕ ਪਹੁੰਚ ਤੇ ਕਰ ਰਹੇ ਆ, ਪਰ ਰਿਲੀਫ ਅਜੇ ਤੱਕ ਕੋਈ ਇਹਨਾਂ ਨੂੰ ਨਹੀਂ ਮਿਲਿਆ। ਰਿਲੀਫ ਤੇ ਉਹੀ ਹੁੰਦਾ ਹੈ ਜਿਹੜਾ ਸਮੇਂ ਸਿਰ ਮਿਲੇ। ਜਦੋਂ ਬੰਦੇ ਦਾ ਲੱਕ ਹੀ ਟੁੱਟ ਗਿਆ ਉਸ ਤੋਂ ਬਾਅਦ ਮਿਲਿਆ ਰਿਲੀਫ, ਤੇ ਫਿਰ ਕਾਹਦਾ ਮਿਲਿਆ? ਤਾਂ ਇਹਨਾਂ ਦਾ ਇਹ ਜਿਹੜਾ ਗਿਲਾ ਹੈ ਉਹ ਜਾਇਜ਼ ਹੈ ਕਿ ਜੇ ਸਰਕਾਰ ਇੰਨੇ ਮਹੀਨਿਆਂ ਤੋਂ ਹਜੇ ਤੱਕ ਵੀ ਇਹਨਾਂ ਦੀ ਸੁਣਵਾਈ ਨਹੀਂ ਕਰ ਰਹੀ, ਇਹਦੇ ਪਿੱਛੇ ਕੋਈ ਕਾਰਨ ਤੇ ਹੋਣਾ ਚਾਹੀਦਾ। ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਜਿਹੜੇ ਵੀ ਲੋਕ 에ਅਰਪੋਰਟ ਦੇ ਉੱਤੇ ਆਉਂਦੇ ਆ, ਫੋਰਨ ਤੋਂ ਟਰੈਵਲ ਕਰਕੇ ਪਹੁੰਚਦੇ ਆ,
ਉਹਨਾਂ ਦਾ ਕਦੀ ਕੋਈ ਟੈਸਟ ਨਹੀਂ ਸੀ ਹੁੰਦਾ। ਬਿਨਾਂ ਟੈਸਟ ਕੀਤਿਆਂ ਉਹ ਲੋਕ ਇਹਨਾਂ ਦੀਆਂ ਟੈਕਸੀਆਂ 'ਚ ਬੈਠਦੇ ਰਹੇ, ਉਹਦੇ ਨਾਲ ਇਹ ਇਨਫੈਕਟਡ ਹੁੰਦੇ ਰਹੇ। ਪਰ ਇਹਨਾਂ ਨੇ ਆਪਣਾ ਕੰਮ ਕਦੀ ਨਹੀਂ ਰੋਕਿਆ, ਆਪਣੀ ਜ਼ਿੰਮੇਵਾਰੀ ਤੋਂ ਕਦੀ ਕੁਤਾਹੀ ਨਹੀਂ ਕੀਤੀ, ਪਰ ਉਹਦੇ ਬਦਲੇ ਦੇ ਵਿੱਚ ਮਿਲਿਆ ਕੀ? ਉਸ ਕਰਕੇ ਹੀ ਅੱਜ ਇਹ ਜਿਹੜੀ ਇੰਡਸਟਰੀ ਹੈ ਇਹ ਇਸ ਵੇਲੇ ਕੋਲੈਪਸ ਦੀ ਕਗਾਰ ਤੇ ਖੜੀ ਹੈ। ਅਸੀਂ ਇਸ ਗੱਲ ਨੂੰ ਥੋੜਾ ਜਿਹਾ ਹੋਰ ਜਾਰੀ ਰੱਖਾਂਗੇ ਇੱਕ ਬ੍ਰੇਕ ਤੋਂ ਬਾਅਦ। मैं कुछ समय पहला कैनेडा शिफ्ट हुई। नवा मुल्क, नवा कार, बड़ा कन्फ्यूजन सी कि कित्थों फर्नीचर खरीदिया जावे, पर पुरबा फर्नीचर ने सारा कन्फ्यूजन खत्म कर दिता। ਤੁਹਾਡੀ ਹਰ ਜ਼ਰੂਰਤ ਮੁਤਾबिक ਮਾਡਰਨ, ਕਲਾਸਿਕ ਜਾਂ ਐਂਟੀਕ, ਹਰ ਤਰ੍ਹਾਂ ਦਾ ਫਰਨੀਚਰ। स्टाइल, ड्यूरेबिलिटी ते कंफर्ट दा दूजा ना है पुरबा फर्नीचर। ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500-1000 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ, HACCP and GMP certified. Samosa and Sweet Factory, 1850 Albion Road, Unit 6, Etobicoke. Call 416-241-2600 or 416-213-1165 or visit samosasweetfactory.com. Canada ਵਿੱਚ ਸਾਡੀ ਹੋਰ ਕੋਈ ਲੋਕੇਸ਼ਨ ਨਹੀਂ, so beware of copycats. हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Affordable, stylish and quality furniture. Visit in store for much more. 2 locations to serve you. Stevens Furniture,